ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ 36 ਤੋਂ ਲੈ ਕੇ 38 ਡਿਗਰੀ ਤੱਕ ਪੂਰੇ ਪੰਜਾਬ ਦੇ ਵਿੱਚ ਤਾਪਮਾਨ ਰਿਹਾ। ਕਿਸੇ ਸ਼ਹਿਰ ਦੇ ਵਿੱਚ, ਕਿਸੇ ਜ਼ਿਲ੍ਹੇ ਦੇ ਵਿੱਚ 36 ਡਿਗਰੀ, ਕਿਤੇ 36.5, ਕਿਤੇ 37 ਤੇ ਕਈ ਥਾਵਾਂ ਦੇ ਉੱਤੇ 38 ਡਿਗਰੀ ਵੀ ਤਾਪਮਾਨ ਸੀ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ 3 ਤੋਂ ਲੈ ਕੇ 4 ਡਿਗਰੀ ਤਾਪਮਾਨ ਹੋਰ ਵੱਧ ਜਾਣਾ ਤੇ ਐਤਕੀ ਗਰਮੀ ਸਿਖਰ ਦੇ ਉੱਤੇ ਪੈਣੀ ਹੈ ਤੇ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ। ਮੌਸਮ ਗਰਮ ਤੇ ਖੁਸ਼ਕ ਇਸੇ ਤਰੀਕੇ ਨਾਲ ਰਹਿਣਾ ਤੇ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਤੋਂ ਧੁੱਪ ਨਿਕਲਦੀ ਹੈ ਤੇ ਦੇਰ ਆਥੜ ਤੱਕ ਇਹ ਧੁੱਪ ਰਹਿੰਦੀ ਹੈ। ਰਾਤ ਦੇ ਵੇਲੇ ਵੀ ਗਰਮੀ ਹੁਣ ਵਧਣੀ ਸ਼ੁਰੂ ਹੋ ਚੁੱਕੀ ਹੈ। ਦਿਨ ਦੇ ਵੇਲੇ ਮੁੜਕੋ ਮੁੜਕੀ ਵਾਲਾ ਮੌਸਮ ਹੁਣ ਹੋ ਚੁੱਕਿਆ। ਬਾਕੀ ਸਮਾਂ ਬਿਆਨ ਕਰੂਗਾ ਕਿ ਭਾਈ ਕਿਹੋ ਜਿਹਾ ਮੌਸਮ ਰਹਿੰਦਾ। ਕਰਵਟ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਕੋਈ ਆਉਂਦੀ ਹੈ ਜਾਂ ਫਿਰ ਨਹੀਂ ਆਉਂਦੀ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ 5 ਆਪਣੇ ਮੈਂਬਰ ਰਾਜ ਸਭਾ ਦੀਆਂ ਪੌੜੀਆਂ ਚੜ੍ਹਨ ਨਾਲ ਸੰਬੰਧਿਤ ਵਿਵਾਦ ਇਸ ਮਾਮਲੇ ਦੇ ਉੱਤੇ ਵਧਿਆ ਹੋਇਆ ਵਧਣਾ ਵੀ ਸੀ, ਕਿਉਂਕਿ ਅਚਾਨਕ ਇੱਕ ਇਹੋ ਜਿਹਾ ਫੈਸਲਾ ਆਇਆ ਜਿਹਦੇ ਬਾਬਤ ਜਾਣ ਕੇ ਬਹੁਤੇ ਪੰਜਾਬੀ ਭੁਚੱਕੇ ਰਹਿ ਗਏ। ਹਾਲਾਂਕਿ ਕੁਝ ਅੱਗੇ ਵੀ ਗੱਲ ਕਹਿੰਦੇ ਕਿ ਨਹੀਂ, ਕੁਛ ਨਹੀਂ ਹੁੰਦਾ ਗਾ, ਇੱਦਾਂ ਚੱਲਦਾ, ਪਰ ਬਹੁਤੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਨਹੀਂ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਵਿਚਾਰ ਸਭ ਦੇ ਆਪੋ ਆਪਣੇ ਆ। ਆਮ ਆਦਮੀ ਪਾਰਟੀ ਦੀ ਸਰਕਾਰ ਆਵੇ, ਇਹਦੀ ਕਾਮਨਾ ਸਭ ਨੇ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਇਹਦਾ ਸਵਾਗਤ ਸਭ ਨੇ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਚੰਗੇ ਕੰਮ ਕਰੇ, ਇਹਦੀ ਅਸੀਂ ਇੱਛਾ ਪਾਲਦੇ ਹਾਂ। ਜਿਵੇਂ ਜਿਵੇਂ ਚੰਗੇ ਕੰਮ ਹੋਣਗੇ ਉਹਦਾ ਤਫਸੀਲ ਦੇ ਵਿੱਚ ਵੇਰਵਾ ਅਸੀਂ ਪੇਸ਼ ਕਰਿਆ ਕਰਾਂਗੇ। ਪਰ ਹੁਣ ਜਦੋਂ ਲੋਕਾਂ ਨੇ ਆਪਣਾ ਇੱਕ ਮਤ ਇਹ ਵੀ ਰੱਖਿਆ ਕਿ ਜੇਕਰ ਪੰਜਾਬ ਦੇ ਵਿੱਚੋਂ ਹੀ 5 ਜਾਣੇ ਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਗਿਆਤਾ 5 ਜਾਣੇ ਰਾਜ ਸਭਾ ਦੀਆਂ ਪੌੜੀਆਂ ਚਾੜੇ ਜਾਂਦੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਸੀ। ਹਾਲਾਂਕਿ ਆਮ ਆਦਮੀ ਪਾਰਟੀ ਕੱਲ੍ਹ ਨੂੰ ਇਹ ਵੀ ਕਹਿ ਸਕਦੀ ਹੈ ਕਿ ਡਾਕਟਰ ਮਨਮੋਹਨ ਸਿੰਘ ਅਸਾਮ ਦੇ ਵਿੱਚੋਂ ਰਾਜ ਸਭਾ ਮੈਂਬਰ ਹੁੰਦੇ ਸੀ, ਉਹ ਕਿਹੜਾ ਪੰਜਾਬ ਦੇ ਵਿੱਚੋਂ ਹੁੰਦੇ ਸੀ। ਪਰ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਨੇ 92 ਉਹ ਵਿਧਾਇਕ ਚੁਣ ਕੇ ਦਿੱਤੇ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਨੂੰ ਆਸ ਨਹੀਂ ਸੀ ਕਿ ਅਸੀਂ ਇਸ ਰੁਤਬੇ ਤੱਕ ਪਹੁੰਚਾਂਗੇ, ਤਾਂ ਫਿਰ ਉਹਨਾਂ ਵਿਧਾਇਕਾਂ ਦੀਆਂ ਵੋਟਾਂ ਦੇ ਨਾਲ 5 ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਜਾਣੇ ਆ ਉਹ ਪੰਜਾਬ ਦੇ ਵਿੱਚੋਂ ਹੀ, ਪੰਜਾਬ ਦੇ ਵਾਤਾਵਰਨ ਮਾਹਰ, ਪੰਜਾਬ ਦੇ ਸਿੱਖਿਆ ਮਾਹਰ, ਪੰਜਾਬ ਦੇ ਬੁੱਧੀਜੀਵੀ, ਪੰਜਾਬ ਦੇ ਖੇਡ ਮਾਹਰ ਹੋਣੇ ਚਾਹੀਦੇ ਸੀ। ਲੋਕਾਂ ਦੇ ਵੱਡੇ ਹਿੱਸੇ ਦਾ ਇਹ ਮਤ ਹੈਗਾ। ਪਰ ਇੱਕ ਜਾਣਕਾਰੀ ਹੋਰ ਦੇ ਦੇਗੇ ਕਿ ਲੰਘੇ ਕੱਲ੍ਹ ਚਰਨਜੀਤ ਸਿੰਘ ਚੰਨੀ ਫੁੱਲਾਂ ਦਾ ਇੱਕ ਗੁਲਦਸਤਾ ਲੈ ਕੇ ਭਗਵੰਤ ਮਾਨ ਹੋਰਾਂ ਕੋਲੇ ਗਏ ਆ। ਸ਼ਿਸ਼ਟਾਚਾਰ ਦੇ ਨਾਤੇ ਮੈਨੂੰ ਇਹ ਨਿੱਜੀ ਤੌਰ 'ਤੇ ਬੜੀ ਚੰਗੀ ਗੱਲ ਲੱਗੀ ਹੈ। ਇੱਦਾਂ ਜਾਣਾ ਵੀ ਚਾਹੀਦਾ। ਜੇ ਚਰਨਜੀਤ ਸਿੰਘ ਚੰਨੀ ਹੀ ਦੁਬਾਰਾ ਮੁੱਖ ਮੰਤਰੀ ਬਣਦੇ ਤਾਂ ਭਗਵੰਤ ਮਾਨ ਨੂੰ ਵੀ ਜਾਣਾ ਚਾਹੀਦਾ ਸੀ। ਪੰਜਾਬ ਦੇ ਮੁੱਖ ਮੰਤਰੀ ਹੁਣ ਭਗਵੰਤ ਮਾਨ ਨੇ, ਇਸ ਕਰਕੇ ਚੰਨੀ ਸਾਹਿਬ ਗਏ ਆ। ਚੰਨੀ ਸਾਹਿਬ ਸ਼ਾਇਦ ਇਹ ਸੋਚਦੇ ਹੋਣ, ਮੈਂ ਤਾਂ ਸੋਚਦਾ ਕਿ ਜੇਕਰ ਕਾਂਗਰਸ ਨੇ ਕੰਮ ਕੀਤੇ ਹੁੰਦੇ ਚੱਜ ਦੇ, ਜੇਕਰ ਕਾਂਗਰਸ ਨੇ 4.5 ਸਾਲ ਦੇ ਵਿੱਚ ਕੁਝ ਕਰਕੇ ਦਿਖਾਇਆ ਹੁੰਦਾ ਤੇ ਜੇਕਰ ਚੰਨੀ ਸਾਹਿਬ ਨੇ ਵੀ ਐਲਾਨ ਕਰਨ ਦੇ ਥਾਂ ਦੇ ਉੱਤੇ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕੀਤੇ ਹੁੰਦੇ ਤਾਂ ਸ਼ਾਇਦ ਇਹ ਗੁਲਦਸਤਾ ਉਹਨਾਂ ਨੂੰ ਦੇਣ ਵਾਸਤੇ ਕੋਈ ਹੋਰ ਪਹੁੰਚਦਾ, ਯਾਨੀ ਕਿ ਚੰਨੀ ਸਾਹਿਬ ਸ਼ਾਇਦ ਫਿਰ ਮੁੱਖ ਮੰਤਰੀ ਹੁੰਦੇ। ਪਰ ਕਿਉਂਕਿ ਕਾਂਗਰਸ ਨੱਕੋਂ ਬੁੱਲੋਂ ਲੱਥ ਗਈ, ਇਸ ਕਰਕੇ ਚੰਨੀ ਸਾਹਿਬ ਨੂੰ ਦੋਵਾਂ ਥਾਵਾਂ ਤੋਂ ਲੋਕਾਂ ਨੇ ਹਰਾ ਦਿੱਤਾ, ਵੋਟਰਾਂ ਨੇ ਹਰਾਇਆ। ਇਸੇ ਕਰਕੇ ਉਹ ਹੁਣ ਸ਼ਿਸ਼ਟਾਚਾਰ ਦੇ ਨਾਤੇ, ਸਾਂਝ ਰੱਖਣ ਦੇ ਨਾਤੇ, ਆਪਣੀ ਅਪਣੱਤ ਦੇ ਨਾਤੇ ਗੁਲਦਸਤਾ ਲੈ ਕੇ ਗਏ ਆ। ਇਹ ਵੀ ਚਲੋ ਚੰਗੀ ਗੱਲ ਹੈ। ਦੋਵਾਂ ਨੇ ਮਿਲ ਬੈਠ ਕੇ ਗੱਲਬਾਤ ਵੀ ਕੀਤੀ ਹੋਣੀ ਹੈ, ਬਹੁਤ ਸੁਲੱਖਣੀ ਗੱਲ ਹੈ। ਪਰ ਜਿਹੜੀ ਰਾਜ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੀ ਗੱਲ ਹੈ, ਇਹ ਆਉਂਦੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਹੋਰ ਵੱਡਾ ਮੁੱਦਾ ਬਣਾਊਗੀ। ਲੰਘੇ ਕੱਲ੍ਹ ਵੱਡੇ ਬਾਦਲ ਸਾਹਿਬ ਨੇ ਗੱਲ ਕਹੀ ਹੈ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਦਿੱਲੀਓਂ ਫੈਸਲੇ ਹੋਣੇ ਆ, ਪੰਜਾਬ ਦੇ ਲੋਕਾਂ ਨੂੰ ਥੋੜ੍ਹੇ ਕੁ ਹੋਰ ਸਮੇਂ ਬਾਅਦ ਪਤਾ ਲੱਗ ਜਾਊ। ਲੰਘੇ ਕੱਲ੍ਹ ਰਾਜਾ ਵੜਿੰਗ ਨੇ ਵੀ ਇਸ ਨੁਕਤੇ ਨੂੰ ਚੁੱਕਿਆ ਕਿ ਕੀ ਪੰਜਾਬ ਦੇ ਵਿੱਚ ਬੁੱਧੀਜੀਵੀਆਂ ਦੀ ਘਾਟ ਹੈ, ਕੀ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੀ ਘਾਟ ਹੈ। ਉਹ ਲੋਕ ਹੈ ਨਹੀਂ ਹੁਣ ਪੰਜਾਬ ਦੇ ਵਿੱਚ ਜਿਹੜੇ ਕਿ ਸਿਆਣਪ ਤੋਂ ਕੰਮ ਲੈਣ ਵਾਲੇ ਆ। ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਬੜੇ ਤੱਖੇ ਰੌਂ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਜੀ ਕਿ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੰਜਾਬ ਦੇ ਵਿੱਚੋਂ 5 ਬੰਦੇ ਨਹੀਂ ਲਏ ਜਾ ਰਹੇ। ਕਿਉਂਕਿ ਦੇਖੋ 2-3 ਜਣਿਆਂ ਦਾ ਪਿਛੋਕੜ ਪੰਜਾਬ ਨਾਲ ਸੰਬੰਧਿਤ ਹੈ, ਪਰ ਉਹਨਾਂ ਦੇ ਵਿੱਚੋਂ 5 ਦੇ ਵਿੱਚੋਂ ਕੋਈ ਇੱਕ ਜਣਾ ਇਹੋ ਜਿਹਾ ਨਹੀਂ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲ ਸਕੇ ਖੁੱਲ੍ਹ ਕੇ, ਤੱਥਾਂ ਦੇ ਆਧਾਰ ਦੇ ਉੱਤੇ। ਤੁਸੀਂ ਇਹ ਗੱਲ ਦੱਸੋ ਵੀ ਕੀ ਹਰਭਜਨ ਸਿੰਘ SYL ਦੇ ਮੁੱਦੇ 'ਤੇ ਬੋਲ ਸਕੂ? ਕੀ ਇਹਦੇ ਵਿੱਚ ਜਿਹੜਾ ਬਣਾਇਆ ਗਿਆ ਰਾਘਵ ਚੱਡੇ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਦੀਆਂ ਤਿਆਰੀਆਂ ਹੈਗੀਆਂ, ਉਹ SYL ਦੇ ਮੁੱਦੇ ਦੇ ਉੱਤੇ ਜਾਂ ਚੰਡੀਗੜ੍ਹ ਜਾਂ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ 'ਤੇ ਬੋਲ ਸਕੂ? ਇਹ ਉਹ ਨੁਕਤੇ ਆ ਜਿਨ੍ਹਾਂ ਦੇ ਉੱਤੇ ਸਵਾਲ ਦਰ ਸਵਾਲ ਖੜ੍ਹੇ ਹੋ ਰਹੇ ਆ। ਸੋ ਆਮ ਆਦਮੀ ਪਾਰਟੀ ਦੀਆਂ ਕੀ ਮਜਬੂਰੀਆਂ ਨੇ, ਇਹ ਆਮ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ। ਇਹ ਦਿੱਲੀਓਂ ਹੋਇਆ ਸਭ ਕੁਝ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਭਗਵੰਤ ਮਾਨ ਦਾ ਇਹ ਫੈਸਲਾ ਸ਼ਾਇਦ ਨਾ ਹੋਵੇ, ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਪੰਜਾਬ ਦੇ ਮੁੱਦੇ ਕਿਹੜੇ ਆ। ਭਗਵੰਤ ਮਾਨ ਨੂੰ ਪਤਾ ਪੰਜਾਬ ਦੇ ਵਿੱਚ ਮਸਲੇ ਕਿਹੜੇ-ਕਿਹੜੇ ਹੋਣੇ ਚਾਹੀਦੇ ਹੱਲ। ਭਗਵੰਤ ਮਾਨ ਨੂੰ ਪਤਾ ਕਿ ਕਿਹੜੇ-ਕਿਹੜੇ ਲੋਕ ਕੈਲੀਬਰ ਵਾਲੇ ਆ। ਮੇਰੇ ਮਨ ਦੇ ਵਿੱਚ ਇਹ ਖਿਆਲ ਆਉਂਦੇ ਸੀ ਵੀ ਦੇਖੋ, ਅਸੀਂ ਪਹਿਲਾਂ ਇਹ ਖਬਰਾਂ ਪੜ੍ਹਦੇ ਵੀ ਰਹੇ ਤੇ ਸੁਣਦੇ ਵੀ ਰਹੇ ਹਾਂ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਉੱਤੇ ਡੋਰੇ ਪੈਂਦੇ ਰਹੇ ਕਿ ਤੁਸੀਂ ਮੁੱਖ ਮੰਤਰੀ ਚਿਹਰਾ ਬਣੋ।
ਪਰ ਉਹ ਮੰਨੇ ਨਹੀਂ ਜਾਂ ਕੋਈ ਹੋਰ ਕਾਰਨ ਹੋਊਗਾ। ਪਰ ਸੀਚੇਵਾਲ ਸਾਹਿਬ ਤਾਂ ਅੱਜ ਵੀ ਵਾਤਾਵਰਨ ਪ੍ਰੇਮੀ ਆ। ਉਹ ਪਾਣੀ ਦੇ ਲਈ, ਧਰਤੀ ਦੇ ਲਈ, ਰੁੱਖਾਂ ਦੇ ਲਈ ਉਵੇਂ ਹੀ ਕੰਮ ਕਰਦੇ ਆ। ਜੇਕਰ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਦੀਆਂ ਪੌੜੀਆਂ ਚਾੜਿਆ ਜਾਵੇ ਤਾਂ ਕੋਈ ਵੀ ਪਾਰਟੀ ਚਾੜਦੀ ਹੋਵੇ ਤਾਂ ਬੰਦੇ ਦਾ ਜਾਂ ਉਸ ਪਾਰਟੀ ਦਾ ਕੱਦ ਦੁੱਗਣਾ, ਚੌਗਣਾ, 5 ਗੁਣਾ ਹੋਰ ਵੱਧ ਜੇ, ਕਿਉਂਕਿ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਚੰਗੀਆਂ ਸ਼ਖਸੀਅਤਾਂ ਰਾਜ ਸਭਾ ਦੀਆਂ ਪੌੜੀਆਂ ਚਾੜੀਆਂ ਜਾਣ। ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਜਿਹੜੀਆਂ ਇਹ 5 ਸ਼ਖਸੀਅਤਾਂ ਇਹਨਾਂ ਨੇ ਕਦੇ ਕੁਝ ਕਰਕੇ ਨਹੀਂ ਦਿਖਾਉਣਾ ਰਾਜ ਸਭਾ ਦੇ ਵਿੱਚ। ਹੋ ਸਕਦਾ ਇਹ ਬਹੁਤ ਸੋਹਣਾ ਬੋਲਣ, ਹੋ ਸਕਦਾ ਇਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣ, ਹੋ ਸਕਦਾ ਇਹਨਾਂ ਦਾ ਕੋਈ ਵੱਖਰੇ ਤਰੀਕੇ ਦਾ ਫਾਇਦਾ ਹੋਵੇ, ਪਰ ਪਹਿਲਾ ਪ੍ਰਭਾਵ ਜਿਹੜਾ ਲੋਕਾਂ ਦੇ ਮਨਾਂ ਉੱਤੇ ਉਹ ਚੰਗੇ ਤੋਂ ਉਲਟ ਗਿਆ। ਆਮ ਆਦਮੀ ਪਾਰਟੀ ਤੋਂ ਇਸ ਗੱਲ ਦੀ ਆਸ ਨਹੀਂ ਸੀ। ਲੋਕ ਇਹ ਗੱਲ ਕਹਿੰਦੇ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਹੀ ਕੋਈ ਭਾਵੇਂ ਰੇਹੜੀ ਵਾਲਾ ਹੁੰਦਾ, ਕੋਈ ਫੜੀ ਵਾਲਾ ਹੁੰਦਾ, ਕੋਈ ਪਲੰਬਰ ਹੁੰਦਾ, ਕੋਈ ਮਕੈਨਿਕ ਹੁੰਦਾ, ਕੋਈ ਕਿਸਾਨ ਹੁੰਦਾ, ਕੋਈ ਵਪਾਰੀ ਹੁੰਦਾ, ਕੋਈ ਆੜ੍ਹਤੀਆ ਹੁੰਦਾ, ਭਾਵੇਂ ਕੋਈ ਵੀ ਹੁੰਦਾ, ਭਾਵੇਂ ਸਿੱਖਿਆ ਮਾਹਰ ਹੁੰਦਾ, ਉਹਨਾਂ ਦੇ ਵਿੱਚੋਂ ਕਿਸੇ ਨੂੰ ਲੈਂਦੇ। ਜਿਵੇਂ ਕਿ ਮੋਬਾਈਲ ਮਕੈਨਿਕ ਨੂੰ ਲਿਆ ਵਿਧਾਨ ਸਭਾ ਦੀਆਂ ਚੋਣਾਂ ਮੌਕੇ, ਜਿਵੇਂ ਕਿ ਢਾਬਾ ਸੰਚਾਲਕ ਨੂੰ ਲਿਆ ਚੋਣਾਂ ਮੌਕੇ। ਸੋ ਉਦੋਂ ਜੇਕਰ ਆਮ ਲੋਕਾਂ ਦੇ ਉੱਤੇ ਗੁਣਾ ਪੈ ਸਕਦਾ ਤਾਂ ਐਤਕੀ ਪੰਜਾਬ ਦੇ ਹੀ ਆਮ ਲੋਕਾਂ ਦੇ ਉੱਤੇ ਗੁਣਾ ਕਿਉਂ ਨਹੀਂ ਪਿਆ? ਕੁਝ ਲੋਕਾਂ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਆ। ਪਰ ਇੱਕ ਗੱਲ ਹੋਰ ਦੱਸ ਦਿੰਦੇ ਆ ਕਿ ਕ੍ਰਿਕਟਰ ਹਰਭਜਨ ਸਿੰਘ ਨੇ ਫਿਰਕੀ ਗੇਂਦਬਾਜ਼ੀ ਐਤਕੀ ਇਸ ਮਾਮਲੇ 'ਚ ਵੀ ਕਾਫੀ ਕੀਤੀ ਆ। ਹਰਭਜਨ ਸਿੰਘ ਨੇ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਜਾਣਾ ਠੀਕ ਸਮਝਿਆ, ਉੱਥੇ ਦਾਲ ਨਹੀਂ ਸੀ ਗਲੀ ਕਿਉਂਕਿ ਉਹ ਹਾਰ ਗਏ। ਫਿਰ ਬੀਜੇਪੀ ਬਣਾ ਰਹੀ ਸੀ ਰਾਜ ਸਭਾ ਦਾ ਮੈਂਬਰ, ਪਰ ਉਹ ਯੂਪੀ ਤੋਂ ਬਣਾ ਰਹੀ ਸੀ, ਇਹ ਮਨਜ਼ੂਰ ਨਹੀਂ ਸੀ। ਫਿਰ ਪੰਜਾਬ ਦੇ ਵਿੱਚੋਂ ਮੌਕਾ ਮਿਲਿਆ ਤੇ ਹਰਭਜਨ ਸਿੰਘ ਦੀਆਂ ਪੌਂ 12 ਇਸ ਵੇਲੇ। ਹਰਭਜਨ ਸਿੰਘ ਦੇ ਉੱਤੇ ਮਾਣ ਆ, ਉਹ ਕ੍ਰਿਕਟ ਖਿਡਾਰੀ ਆ, ਜਲੰਧਰ ਨਾਲ ਸੰਬੰਧਿਤ ਹੈ। ਪਰ ਜਦੋਂ ਅਸੀਂ ਗੱਲ ਮੁੱਦਿਆਂ ਦੀ ਕਰਦੇ ਹਾਂ ਉਦੋਂ ਬੌਣਾ ਕਿਰਦਾਰ ਲੱਗਦਾ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੋਲੀਟੀਕਲ ਪਾਰੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਦਾ ਉਮੀਦਵਾਰ ਉਹਨਾਂ ਨੂੰ ਬਣਾਇਆ। ਹਰਭਜਨ ਸਿੰਘ ਦੀ ਭਾਜਪਾ ਨਾਲ ਜੁੜਨ ਦੀ ਚਰਚਾ ਵੀ ਸੀ। ਇਸੇ ਦਰਮਿਆਨ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਉਣ ਪਹੁੰਚ ਗਏ ਸਨ। ਹਾਲਾਂਕਿ ਭਾਜਪਾ ਤੇ ਕਾਂਗਰਸ ਨੂੰ ਝਟਕਾ ਦੇ ਕੇ ਭੱਜੀ ਨੇ ਸੇਫ ਗੇਮ ਖੇਡੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਭੱਜੀ ਨੇ ਮਾਡਲਿੰਗ ਤੇ ਐਕਟਿੰਗ ਦੇ ਖੇਤਰ ਦੇ ਵਿੱਚ ਕਿਸਮਤ ਅਜ਼ਮਾਈ, ਪਰ ਕਾਮਯਾਬੀ ਨਹੀਂ ਮਿਲੀ। ਉਹਨਾਂ ਦੇ ਕੋਲ ਸਿਰਫ ਕ੍ਰਿਕਟ ਕਮੈਂਟਰੀ ਦਾ ਕੰਮ ਰਹਿ ਗਿਆ ਸੀ। ਭਾਵ ਇੱਕ ਤਰੀਕੇ ਦੇ ਨਾਲ ਭੱਜੀ ਦੇ ਰਾਜਨੀਤਿਕ ਕੈਰੀਅਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸੇਫ ਸ਼ੁਰੂਆਤ ਮਿਲ ਗਈ ਹੈ। ਹਰਭਜਨ ਪੰਜਾਬ ਦੇ ਵਿੱਚ ਰਹਿ ਕੇ ਕ੍ਰਿਕਟ ਅਕੈਡਮੀ ਚਲਾਉਂਦੇ ਨੇ, ਇਸ ਲਈ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਸਨ। ਇੱਥੇ ਦੋਹਰਾ ਫਾਇਦਾ ਹੋ ਗਿਆ, ਉਹ ਪੰਜਾਬ ਦੇ ਵੱਲੋਂ ਚੁਣੇ ਜਾ ਰਹੇ ਨੇ ਤੇ ਇੱਥੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਭੱਜੀ ਨੂੰ ਵੱਡਾ ਰਾਜਨੀਤਿਕ ਪਲੇਟਫਾਰਮ ਮਿਲਿਆ। ਫਿਲਹਾਲ ਆਪ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਕੋਈ ਰਾਸ਼ਟਰੀ ਚਿਹਰਾ ਵੀ ਨਹੀਂ ਹੈ। ਸੋ ਭੱਜੀ ਨੂੰ ਰਾਜਨੀਤਿਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਵਿੱਚ ਵੱਡੇ ਪੱਧਰ ਦੇ ਉੱਤੇ ਮੌਕਾ ਆਉਂਦੇ ਸਮੇਂ ਦੇ ਵਿੱਚ ਮਿਲ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਦੇ ਨਾਲ ਕੱਲੇ ਕੰਮ ਦੇ ਉੱਤੇ ਵੀ ਨੁਕਤਾਚੀਨੀ ਹੋਊਗੀ ਜੇਕਰ ਉਹਨਾਂ ਦੇ ਵੱਲੋਂ ਚੰਗੇ ਤੋਂ ਉਲਟ ਕੁਝ ਕੀਤਾ ਜਾਊਗਾ। ਹਾਲਾਂਕਿ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਇਹ ਪਹਿਲੀ ਵਾਰ ਹੋਇਆ। ਇਸ ਤੋਂ ਪਹਿਲਾਂ ਕਈ ਸੂਬਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ ਰਿਹਾ, ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਆਸਾਂ ਵਧੀਆਂ, ਇਸ ਕਰਕੇ ਆਮ ਆਦਮੀ ਪਾਰਟੀ ਦੀ ਕਹਿਰੀ ਗੱਲ ਦੇ ਉੱਤੇ ਇਹੋ ਜਿਹੇ ਸਵਾਲ ਉੱਠਣਗੇ। ਭਗਵੰਤ ਮਾਨ ਦੇ ਉੱਤੇ ਬਹੁਤ ਸਾਰੀਆਂ ਆਸਾਂ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੇਹੱਦ ਉਮੀਦਾਂ। ਇਹਨਾਂ ਉਮੀਦਾਂ ਨੂੰ ਜੇਕਰ ਤਿੜਕਣ ਨਾ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਬੱਲੇ ਰਹੂਗੀ। ਪਰ ਰਾਜ ਸਭਾ ਦੀ ਮੈਂਬਰੀ ਜਿਸ ਤਰੀਕੇ ਦੇ ਨਾਲ ਉਮੀਦਵਾਰੀ ਦੀ ਗੱਲ ਛਿੜੀ ਤੇ ਜਿਸ ਤਰੀਕੇ ਦੇ ਨਾਲ ਪੰਜਾਬੋਂ ਬਾਹਰਲੇ ਚਿਹਰੇ ਲੈਣ ਦੀ ਗੱਲ ਆਈ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਖਿਆਲ ਪੈਦਾ ਹੋਏ ਤੇ ਵਿਰੋਧੀ ਪਾਰਟੀਆਂ ਨੇ ਤਾਂ ਮੌਕਾ ਭਾਲਣਾ ਸੀ, ਉਹਨਾਂ ਨੂੰ ਮਿਲ ਵੀ ਗਿਆ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਵਿਧਾਇਕਾਂ ਨੂੰ ਕਹਿ ਦਈਏ ਤਾੜਦਾਨ ਦਿੱਤੀ ਗਈ ਹੈ ਜਾਂ ਕਹਿ ਦਈਏ ਸਮਝਾਇਆ ਗਿਆ ਕਿ ਅਸੀਂ ਲੋਕਾਂ ਦੇ ਵਿੱਚ ਲੋਕਾਂ ਵਰਗੇ ਬਣ ਕੇ ਹੀ ਵਿਚਰਨਾ, ਅਸੀਂ ਕੋਈ ਫੂੰਫਾਂ ਵਾਲੀ ਗੱਲ ਨਹੀਂ ਕਰਨੀ, ਅਸੀਂ ਦਬਕੇ ਸਰਕਾਰੀ ਥਾਵਾਂ ਤੇ ਜਾ ਕੇ ਅਧਿਕਾਰੀਆਂ ਕਰਮਚਾਰੀਆਂ ਨੂੰ ਨਹੀਂ ਮਾਰਨੇ, ਪੰਜਾਬ ਦੇ ਲੋਕਾਂ ਦੇ ਮਸਲੇ ਵੱਧ ਤੋਂ ਵੱਧ ਹੱਲ ਕਰਨੇ ਆ। ਜੋ ਗੱਲਾਂ ਅਸੀਂ ਕਹਿ ਕੇ ਸੱਤਾ ਦੇ ਵਿੱਚ ਆਏ ਆ ਉਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ। ਤੇ ਜੇਕਰ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਜਿਹੜੇ ਮੰਤਰੀ ਚੁਣੇ ਆ ਇਹਨਾਂ ਦੇ ਵੱਲੋਂ ਆਪਣੀ ਪਰਫਾਰਮੈਂਸ ਸਹੀ ਤਰੀਕੇ ਨਾਲ ਨਾ ਪੇਸ਼ ਕੀਤੀ ਗਈ ਤਾਂ ਇਹ ਕੋਈ ਪਟੇ ਦੇ ਉੱਤੇ ਲਿਖਾਏ 5 ਸਾਲ ਨਹੀਂ, ਸਗੋਂ ਇਹਨਾਂ ਨੂੰ ਬਦਲ ਦਿੱਤਾ ਜਾਊਗਾ। ਸੋ ਪੰਜਾਬ ਦੇ ਕੱਲੇ ਮੰਤਰੀ ਦੇ ਉੱਤੇ ਦੋਹਰੀ ਤੀਹਰੀ ਜ਼ਿੰਮੇਵਾਰੀ ਪਾਈ ਗਈ ਹੈ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਲਈ ਵਚਨਬੱਧ ਕਿਵੇਂ ਰਹਿਣਾ, ਲੋਕਾਂ ਦੀਆਂ ਆਸਾਂ ਨੂੰ ਬੂਰ ਕਿਵੇਂ ਲਾਉਣਾ। ਲੰਘੇ ਕੱਲ੍ਹ ਪੰਜਾਬ ਦੇ 10 ਮੰਤਰੀਆਂ ਨੂੰ ਮਹਿਕਮੇ ਵੰਡੇ ਗਏ ਆ। ਮਹਿਕਮੇ ਜਦੋਂ ਵੰਡੇ ਗਏ ਤਾਂ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ ਕਿ ਜਿਹੜੇ ਮਹਿਕਮੇ ਹੁਣ ਤੱਕ ਘਾਟੇ ਦੇ ਵਿੱਚ ਆ ਜਾਂ ਜਿਹੜੇ ਮਹਿਕਮਿਆਂ ਦੇ ਬਾਬਤ ਹੁਣ ਤੱਕ 100 ਕਿਸਮ ਦੇ ਸਵਾਲ ਤੇ ਵਿਵਾਦ ਉੱਠਦੇ ਰਹੇ ਆ, ਉਹਨਾਂ ਮਹਿਕਮਿਆਂ ਦਾ ਸਨਮਾਨ ਬਹਾਲ ਕਿਵੇਂ ਹੋਊ ਤੇ ਸੰਬੰਧਿਤ ਮਹਿਕਮੇ ਦੇ ਮੰਤਰੀ ਸਾਹਿਬਾਨ ਦੇ ਵੱਲੋਂ ਕਿਵੇਂ ਕੰਮ ਕੀਤਾ ਜਾਊ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 10 ਦੇ 10 ਮੰਤਰੀ ਨਵੇਂ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ 10 ਮੰਤਰੀਆਂ ਦੇ ਅੰਦਰ ਜਜ਼ਬਾ ਹੋ ਸਕਦਾ,
ਪਰ ਉਹ ਸਾਰੇ ਮਸਲੇ ਕਿਵੇਂ ਹੱਲ ਕਰਨਗੇ, ਕਿਉਂਕਿ ਹੁਣ ਤੱਕ ਅਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਇੱਕੋ ਗੱਲ ਕਹਿੰਦੇ ਸੁਣਿਆ 5 ਸਾਲ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਬਿਲਕੁਲ ਖਾਲੀ ਹੈ। ਪਹਿਲੇ 2 ਸਾਲ ਰੋਣਾ ਪਿੱਟਣਾ ਜਾਰੀ ਰਿਹਾ ਕਿ ਪਿਛਲੀ ਸਰਕਾਰ ਨੇ ਖਾਲੀ ਕਰਤਾ, ਫਿਰ ਕਹਿੰਦੇ ਕਰੋਨਾ ਆ ਗਿਆ, ਫਿਰ ਵਿੱਚ ਕੋਈ ਨਾ ਕੋਈ ਹੋਰ ਟੈਂਟਾ ਆ ਗਿਆ, ਕਦੇ GST ਦੀ ਗੱਲ ਆ ਗਈ, ਤੇ ਅਖੀਰ ਦੇ ਉੱਤੇ ਉਹ ਚੱਲਦੇ ਕਰ ਦਿੱਤੇ ਗਏ ਐਡਵੋਕੇਟ ਜਗਰੂਪ ਸਿੰਘ ਗਿੱਲ ਦੇ ਵੱਲੋਂ। ਯਾਨੀ ਕਿ ਬਠਿੰਡਾ ਸ਼ਹਿਰੀ ਖੇਤਰ 'ਚੋਂ ਜਿੰਨੀ ਭੈੜੀ ਹੋਈ ਹੈ ਮਨਪ੍ਰੀਤ ਸਿੰਘ ਬਾਦਲ ਦੇ ਨਾਲ, ਉਹ ਵੀ ਗੱਲ ਚੇਤੇ ਰੱਖਣ ਵਾਲੀ ਹੈ। ਪਰ ਹੁਣ ਮਨਪ੍ਰੀਤ ਸਿੰਘ ਬਾਦਲ ਵਾਲਾ ਮਹਿਕਮਾ ਮਿਲ ਗਿਆ ਹਰਪਾਲ ਸਿੰਘ ਚੀਮਾ ਨੂੰ, ਜਿਹੜੇ ਕਿ ਦੋਹਰੀ ਵਾਰ ਜਿੱਤੇ ਆ ਦਿੜਬਾ ਤੋਂ, ਤੇ ਉਹਨਾਂ ਨੇ ਦੂਜੇ ਨੰਬਰ ਦੇ ਉੱਤੇ ਸਹੁੰ ਚੁੱਕੀ ਸੀ ਜਿਸ ਦਿਨ ਸਹੁੰ ਚੁੱਕ ਸਮਾਗਮ ਹੋਇਆ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਸਿੱਖਿਆ ਮਹਿਕਮੇ ਦੀ, ਤਾਂ ਸਿੱਖਿਆ ਮਹਿਕਮਾ ਹੁਣ ਤੱਕ ਬਹੁਤ ਵੱਡੇ ਵਿਵਾਦਾਂ ਦੇ ਵਿੱਚ ਰਿਹਾ। ਕੱਚੇ ਮੁਲਾਜ਼ਮ ਕਦੇ ਪੱਕੇ ਨਹੀਂ ਕੀਤੇ ਗਏ। ਬਹੁਤ ਸਾਰੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਅੱਜ ਤੱਕ ETT ਤੇ B.Ed ਅਧਿਆਪਕਾਂ ਦੇ ਬਾਰੇ ਸੋਚਿਆ ਨਹੀਂ ਗਿਆ। ਜਿਸ ਤਰੀਕੇ ਦੇ ਨਾਲ ਅਧਿਆਪਕ ਸਾਹਿਬਾਨ ਆ ਜਿਹੜੇ, ਉਹਨਾਂ ਨੂੰ ਸਿੱਖਿਆ ਤੋਂ ਬਿਨਾਂ ਹੋਰ ਗਤੀਵਿਧੀਆਂ ਦੇ ਵਿੱਚ ਉਲਝਾਇਆ ਜਾਂਦਾ ਹੈ। ਬਹੁਤ ਸਾਰੇ ਮਸਲੇ ਆ, ਸਕੂਲਾਂ ਨੂੰ ਰੰਗ ਰੋਗਨ ਕਰਨ ਦੇ ਨਾਲ ਇਹ ਸਮਾਰਟ ਨਹੀਂ ਬਣਦੇ। ਇਹਨਾਂ ਦੇ ਅੰਦਰ ਤਕਨੀਕ ਇਹੋ ਜਿਹੀ ਆ ਕਿ ਅਧਿਆਪਕ ਸਾਹਿਬਾਨ ਦੀ ਗਿਣਤੀ ਪੂਰੀ ਹੈ। ਅੱਜ ਸਰਕਾਰੀ ਸਕੂਲ ਮਿਡ ਡੇ ਮੀਲ ਸਕੂਲ ਬਣ ਕੇ ਰਹਿ ਗਏ ਆ। ਸੋ ਇਹਦੇ ਬਾਬਤ ਹੁਣ ਮੀਤ ਹੇਅਰ ਸਾਹਿਬ ਜਿਹੜੇ ਕਿ ਨਵੇਂ ਸਿੱਖਿਆ ਮੰਤਰੀ ਬਣੇ ਆ, ਉਹ ਕਿਹੋ ਜਿਹਾ ਕੰਮ ਕਰਨਗੇ ਵਕਤ ਦੱਸੂਗਾ। ਪੰਜਾਬ ਦੇ ਇਸ ਵੇਲੇ ਸਿਹਤ ਮਹਿਕਮੇ ਦਾ ਬੁਰਾ ਹਾਲ ਤੇ ਬੌਂਕੇ ਦਿਹਾੜੇ ਆ। ਪੰਜਾਬ ਦਾ ਸਿਹਤ ਮਹਿਕਮਾ ਆਪ ਬਿਮਾਰ ਹੋਇਆ ਪਿਆ। ਸਿੱਧੂ ਮੂਸੇਵਾਲਾ ਨੂੰ ਹਰਾਉਣ ਵਾਲੇ ਡਾਕਟਰ ਵਿਜੇ ਸਿੰਗਲਾ ਨੂੰ ਪੰਜਾਬ ਦਾ ਨਵਾਂ ਸਿਹਤ ਮੰਤਰੀ ਬਣਾਇਆ ਗਿਆ। ਉਹ ਆਪਣਾ ਕੰਮਕਾਜ ਕਿਵੇਂ ਚਲਾਉਣਗੇ? ਪੰਜਾਬ ਦੇ ਵਿੱਚ ਸਿਹਤ ਮਹਿਕਮਾ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਭਰੋਸਾ ਜਿੱਤੂਗਾ? ਬਿਮਾਰ ਲੋਕਾਂ ਦਾ ਕਿੰਨਾ ਕੁ ਚੰਗਾ ਇਲਾਜ ਹੋਊਗਾ? ਇਹ ਹੁਣ ਸਾਰਾ ਕੰਮਕਾਜ ਦੇਖਣਾ ਡਾਕਟਰ ਵਿਜੇ ਸਿੰਗਲਾ ਨੇ। ਇਹ ਉਹ ਵੇਲਾ ਜਦੋਂ ਪੰਜਾਬ ਦੇ ਵਿੱਚ ਮਾਤੜ ਸਾਥੀ ਜਾਂਦੇ ਸਰਕਾਰੀ ਹਸਪਤਾਲਾਂ ਦੇ ਵਿੱਚ, ਜਿਹਦੇ ਕੋਲੇ 4 ਛਿਲੜਾ, ਉਹ ਕਹਿੰਦਾ ਮੈਂ ਬੰਦਾ ਥੋੜ੍ਹੀ ਮਰਵਾਉਣਾ, ਮੈਂ ਨਿੱਜੀ ਹਸਪਤਾਲ ਵੱਲ ਜਾਂਦਾ। ਨਿੱਜੀ ਹਸਪਤਾਲ ਲੋਕਾਂ ਦੇ ਖੀਸੇ ਦੇ ਉੱਤੇ ਕੈਂਚੀ ਜਿਵੇਂ ਚਲਾਉਂਦੇ ਆ। ਆਪਾਂ ਉਹਦੇ ਬਾਰੇ ਵੀ ਜਾਣਦੇ ਹਾਂ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਸਹੁੰ ਚੁੱਕ ਸਮਾਗਮ ਦੇ 2 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸਭ ਤੋਂ ਅਹਿਮ ਗ੍ਰਹਿ ਵਿਭਾਗ, ਇੰਡਸਟਰੀ ਐਂਡ ਕਮਰਸ ਤੇ ਲੋਕਲ ਬਾਡੀਜ਼ ਮਹਿਕਮੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਰੱਖੇ ਨੇ। ਹਰਪਾਲ ਸਿੰਘ ਚੀਮਾ ਨੂੰ ਵਿੱਤ ਵਿਭਾਗ ਦਿੱਤਾ ਗਿਆ। ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੀ ਚੀਮਾ ਦੇ ਕੋਲ ਹੀ ਹੋਏਗਾ। ਸਭ ਤੋਂ ਚੁਣੌਤੀ ਵਾਲਾ ਮਹਿਕਮਾ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਗਿਆ। ਹਰਜੋਤ ਸਿੰਘ ਬੈਂਸ ਨੂੰ ਕਾਨੂੰਨ ਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ। ਹਰਭਜਨ ਸਿੰਘ ETO ਦੇ ਕੋਲ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਰਹੇਗਾ। ਡਾਕਟਰ ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਿੱਤਾ ਗਿਆ। ਲਾਲ ਚੰਦ ਕਟਾਰੂ ਚੱਕ ਨੂੰ ਫੂਡ ਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ ਤੇ ਲਾਲਜੀਤ ਸਿੰਘ ਭੁੱਲਰ ਸੂਬੇ ਦੇ ਨਵੇਂ ਟਰਾਂਸਪੋਰਟ ਮੰਤਰੀ ਹੋਣਗੇ। ਇਸੇ ਤਰੀਕੇ ਦੇ ਨਾਲ ਬ੍ਰਹਮ ਸ਼ੰਕਰ ਨੂੰ ਵਾਟਰ ਸਪਲਾਈ ਤੇ ਕੁਦਰਤੀ ਆਫਤਾਂ ਦੇ ਨਾਲ ਨਿਬੜਨ ਦਾ ਮਹਿਕਮਾ ਦਿੱਤਾ ਗਿਆ। ਸਿਹਤ ਵਿਭਾਗ ਡਾਕਟਰ ਵਿਜੇ ਸਿੰਗਲਾ ਨੂੰ ਸੌਂਪਿਆ ਗਿਆ ਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਅਜਨਾਲਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਇਹਨਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਮਿਲਿਆ। ਇਹਨਾਂ ਮਹਿਕਮਿਆਂ ਦੇ ਨਾਲ ਸਾਰੇ ਮੰਤਰੀਆਂ ਨੂੰ ਕੁਝ ਹੋਰ ਵਿਭਾਗ ਵੀ ਦਿੱਤੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਲਗਭਗ 27 ਮਹਿਕਮੇ ਨੇ। ਹੋਮ ਅਫੇਅਰਸ ਐਂਡ ਜਸਟਿਸ, ਐਡਮਿਨਿਸਟ੍ਰੇਟਿਵ ਰਿਫਾਰਮਸ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਲੋਕਲ ਗਵਰਨਮੈਂਟ, ਇੰਡਸਟਰੀਜ਼ ਐਂਡ ਕਮਰਸ, ਜਨਰਲ ਐਡਮਿਨਿਸਟ੍ਰੇਸ਼ਨ, ਪਰਸੋਨਲ, ਵਿਜੀਲੈਂਸ, ਐਗਰੀਕਲਚਰ ਐਂਡ ਫਾਰਮਰਜ਼ ਵੈਲਫੇਅਰ, ਇਨਵੈਸਟਮੈਂਟ ਪ੍ਰਮੋਸ਼ਨ, ਸਾਇੰਸ ਟੈਕਨੋਲੋਜੀ ਐਂਡ ਇਨਵਾਇਰਨਮੈਂਟ, ਇਲੈਕਸ਼ਨਜ਼, ਰਿਮੂਵਲ ਐਂਡ ਗ੍ਰੀਵੈਂਸਿਸ, ਫਰੀडम ਫਾਈਟਰਜ਼ ਤੇ ਲੇਬਰ ਸਮੇਤ ਕਈ ਹੋਰ ਮਹਿਕਮੇ ਨੇ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਿੱਸੇ ਦੇ ਵਿੱਚ ਆਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਨਵੇਂ ਬਣਾਏ ਗਏ ਮੰਤਰੀ ਆਪੋ ਆਪਣੇ ਮਹਿਕਮਿਆਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਂਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਾਰੇ ਹੀ ਮੰਤਰੀ ਸਾਹਿਬਾਨ ਨੂੰ ਪਹਿਲਾਂ ਤਾਂ ਮੁਬਾਰਕਬਾਦ ਦੇਣੀ ਬਣਦੀ ਹੈ। ਕਿਸੇ ਬਾਰੇ ਨੈਗੇਟਿਵ ਗੱਲ ਅੱਜ ਹੀ ਨਹੀਂ ਕਰਨੀ ਬਣਦੀ। ਹੋ ਸਕਦਾ ਉਹ ਬਹੁਤ ਸੋਹਣਾ ਕੰਮ ਕਰਕੇ ਦਿਖਾਉਣ। ਜੇ ਆਪਾਂ ਇਹ ਗੱਲ ਕਹਿ ਦਈਏ ਵੀ ਇਹਨੇ ਤਾਂ ਕੁਛ ਨਹੀਂ ਕਰਨਾ, ਇਹ ਵੀ ਬੇਲੋੜੀ ਨਿੰਦਿਆ ਹੈਗੀ ਆ। ਪਰ ਗੱਲ ਇਹ ਆ ਕਿ ਉਹ ਸ਼ਾਇਦ ਕੁਝ ਚੰਗਾ ਕਰਕੇ ਦਿਖਾਉਣ। ਜਿਵੇਂ ਜਿਵੇਂ ਚੰਗਾ ਹੋਊਗਾ ਉਹਦਾ ਵੀ ਜ਼ਿਕਰ ਕਰਾਂਗੇ, ਜਿਵੇਂ ਜਿਵੇਂ ਚੰਗੇ ਤੋਂ ਉਲਟ ਹੋਊਗਾ ਉਹਦਾ ਵੀ ਇੱਥੇ ਬੈਠ ਕੇ ਜ਼ਿਕਰ ਕਰਾਂਗੇ। ਪਰ ਆਸ ਕਰਨੀ ਬਣਦੀ ਆ ਕਿ ਜਿਹੜੀਆਂ ਉਮੀਦਾਂ ਦੇ ਤਹਿਤ ਪੰਜਾਬ ਦੇ ਲੋਕਾਂ ਨੇ ਵਿਧਾਇਕਾਂ ਨੂੰ ਚੁਣਿਆ ਤੇ ਜਿਸ ਤਰੀਕੇ ਦੇ ਨਾਲ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ ਗਈ ਆ, ਉਹ ਸ਼ਾਇਦ ਕੁਝ ਚੰਗਾ ਹੀ ਕਰਨ। ਹੁਣ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਦਾ ਜਿੰਨਾ ਮਾੜਾ ਹਾਲ ਹੋਇਆ ਪਿਆ, ਉਹਦੇ ਲਈ ਮੀਤ ਹੇਅਰ ਤੇ ਡਾਕਟਰ ਵਿਜੇ ਸਿੰਗਲਾ ਨੂੰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਜਿਸ ਦਿਨ ਪੰਜਾਬ ਦੇ ਵਿਧਾਇਕਾਂ, ਪੰਜਾਬ ਦੇ ਸੀਨੀਅਰ ਅਧਿਕਾਰੀਆਂ, ਪੰਜਾਬ ਦੇ ਮੰਤਰੀਆਂ ਦੇ ਨਿਆਣੇ
ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਲੱਗ ਪਏ, ਉਸ ਦਿਨ ਮੰਨਾਂਗੇ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ। ਉਹ ਆਪਣੇ ਨਿਆਣੇ ਤਾਂ ਪੜ੍ਹਾਉਣਗੇ ਜੇਕਰ ਉਹਨਾਂ ਨੂੰ ਆਪਣੇ ਨਿਆਣਿਆਂ ਦਾ ਇੱਥੇ ਭਵਿੱਖ ਸੁਰੱਖਿਅਤ ਲੱਗਦਾ ਹੋਊਗਾ। ਭਵਿੱਖ ਉਹਨਾਂ ਨੂੰ ਸੁਰੱਖਿਅਤ ਤਾਂ ਲੱਗੂਗਾ ਜੇਕਰ ਇੱਥੇ ਸਹੀ ਤਕਨੀਕ ਦੇ ਨਾਲ, ਸਹੀ ਅਧਿਆਪਕਾਂ ਦੀ ਗਿਣਤੀ ਦੇ ਨਾਲ, ਸੋਹਣੇ ਤਰੀਕੇ ਦੇ ਨਾਲ ਪੜ੍ਹਾਇਆ ਜਾਊਗਾ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਫਿਰ ਬਹਾਲ ਹੋਊਗਾ ਜੇਕਰ ਮੰਤਰੀ ਸਾਹਿਬਾਨ ਤੇ ਵੱਡੇ ਵੱਡੇ ਲੋਕ ਵੀ ਆਪਦੇ ਨਿਆਣੇ ਇੱਥੇ ਲਿਆ ਕੇ ਦਾਖਲ ਕਰਨ। ਤੇ ਅਗਲੀ ਗੱਲ ਇਹ ਆ ਵੀ ਜਦੋਂ ਕੋਈ ਮੰਤਰੀ ਬਿਮਾਰ ਹੁੰਦਾ, ਜਦੋਂ ਕੋਈ ਵਿਧਾਇਕ ਬਿਮਾਰ ਹੁੰਦਾ, ਜਦੋਂ ਕੋਈ ਸੀਨੀਅਰ ਅਧਿਕਾਰੀ ਬਿਮਾਰ ਹੁੰਦਾ, ਜੇਕਰ ਉਹਨਾਂ ਦਾ ਕੋਈ ਰਿਸ਼ਤੇਦਾਰ ਸਕਾ ਸੰਬੰਧੀ ਬਿਮਾਰ ਹੁੰਦਾ, ਜੇਕਰ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਊ ਤਾਂ ਪੰਜਾਬ ਦੇ ਲੋਕ ਕਹਿਣਗੇ ਵੀ ਭਾਈ ਇਹ ਭਰੋਸੇਯੋਗ ਹੈ, ਭਰੋਸੇ ਲਾਇਕ ਬਣ ਗਿਆ, ਅਸੀਂ ਵੀ ਇੱਥੇ ਸੇਫ ਆ। ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਯਕੀਨ ਨਹੀਂ। ਅੱਜ ਜੋ ਕੁਝ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਚੱਲਦਾ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਆ। ਜਾ ਕੇ ਤੁਸੀਂ ਬਾਥਰੂਮਾਂ ਦਾ ਹਾਲ ਵੇਖ ਲਓ, ਉਲਟੀ ਆਉਂਦੀ ਉੱਥੇ। ਤੁਸੀਂ ਬੈੱਡ ਦੇ ਉੱਤੇ ਪੈਂਦੇ ਆ, ਪੱਖੇ ਦਾ ਕੋਈ ਪਤਾ ਨਹੀਂ ਹੁੰਦਾ ਤੁਹਾਡੇ ਉੱਤੇ ਡਿੱਗ ਪਏ। ਤੁਸੀਂ ਉੱਥੇ ਜਾਂਦੇ ਆ, ਇਹ ਨਹੀਂ ਪਤਾ ਟਾਈਲਾਂ ਨੂੰ ਕਿਹੜੇ ਵੇਲੇ, ਕਿਹੜੀ ਸੰਨ ਦੇ ਵਿੱਚ, ਕਿਹੜੇ ਦਹਾਕੇ ਦੇ ਵਿੱਚ ਧੋਤਾ ਗਿਆ ਸੀ। ਸੋ ਬੁਰੇ ਹਾਲ ਤੇ ਮੌਕੇ ਦਿਹਾੜੇ ਆ, ਪਰ ਬਹੁਤ ਸਾਰੇ ਡਾਕਟਰ ਸਾਹਿਬਾਨ ਇਮਾਨਦਾਰੀ ਨਾਲ ਵੀ ਕੰਮ ਕਰਦੇ ਆ। ਉੱਥੇ ਤਨਦੇਹੀ ਦੇ ਨਾਲ ਪੈਰਾਮੈਡੀਕਲ ਸਟਾਫ ਵੀ ਕੰਮ ਕਰਦਾ। ਪਰ ਸਾਰਿਆਂ ਨੂੰ ਅਸੀਂ ਇੱਕੋ ਰੱਸੇ ਬੰਨ੍ਹ ਨਹੀਂ ਸਕਦੇ, ਪਰ ਜ਼ਿੰਮੇਵਾਰੀਆਂ ਦਾ ਪਹਾੜ ਬਹੁਤ ਵੱਡਾ। ਅਤੇ ਜਿਸ ਤਰੀਕੇ ਦੇ ਨਾਲ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਹੁਣ ਤੱਕ ਅਸੀਂ ਗੱਲਾਂ ਸੁਣਦੇ ਆਏ ਹਾਂ। ਹਰਪਾਲ ਸਿੰਘ ਚੀਮਾ ਇਸ ਖਜ਼ਾਨੇ ਨੂੰ ਕਿਵੇਂ ਭਰਨਗੇ ਤੇ ਲੋਕ ਪੱਖੀ ਵਰਤੋਂ ਕਿਵੇਂ ਹੋਊਗੀ, ਇਹਦੇ ਵੱਲ ਵੀ ਨਿਗਾਹ ਟਿਕੀ ਰਹਿਣੀ ਹੈ। ਲੰਘੇ ਕੱਲ੍ਹ ਮਾਣਯੋਗ ਸੁਪਰੀਮ ਕੋਰਟ ਦੇ ਵੱਲੋਂ ਕਿਸਾਨੀ ਮਸਲੇ ਦੇ ਉੱਤੇ, ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਬਣਾਈ ਗਈ ਕਮੇਟੀ ਦੇ ਵੱਲੋਂ ਆਪਣੀ ਰਿਪੋਰਟ ਸੌਂਪ ਦਿੱਤੀ ਗਈ ਹੈ। ਹਾਸਾ ਹੋਊਗਾ ਤੁਹਾਨੂੰ ਵੀ, ਮੈਨੂੰ ਤਾਂ ਆਇਆ ਕਿ ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ 86% ਕਿਸਾਨ ਸੰਗਠਨ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਾਨੂੰਨ ਰੱਦ ਨਹੀਂ ਸਨ ਕਰਨੇ ਚਾਹੀਦੇ। ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਜੇਕਰ 86% ਕਿਸਾਨ ਸੰਗਠਨ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ ਤਾਂ ਕੇਂਦਰ ਦੀ ਸਰਕਾਰ ਨੇ ਸਾਲ ਤੋਂ ਉੱਤੇ ਦਾ ਸਮਾਂ ਪਾ ਕੇ ਸਿਰਫ 14% ਕਿਸਾਨਾਂ ਵਾਸਤੇ ਇਹ ਕਾਨੂੰਨ ਰੱਦ ਕੀਤੇ ਆ। ਤੇ ਅੱਜ ਤੱਕ ਉਹ 86% ਕਿਸਾਨ ਸੰਗਠਨ ਸਾਹਮਣੇ ਕਿਉਂ ਨਹੀਂ ਆਏ? ਉਹਨਾਂ 86 ਦੇ ਵਿੱਚੋਂ 6% ਵੀ ਕਿਉਂ ਨਹੀਂ ਸਾਹਮਣੇ ਆਏ ਕਿ ਅਸੀਂ ਤਾਂ ਜੀ ਇਹਨਾਂ ਦੇ ਹੱਕ ਦੇ ਵਿੱਚ ਆ? ਕੋਈ 2-4 ਆਪੇ ਬਣਾਏ ਸੰਗਠਨ ਜੇ ਉੱਠ ਕੇ ਕਹਿ ਦਿੰਦੇ ਸੀ ਕਿ ਅਸੀਂ ਹੱਕ ਦੇ ਵਿੱਚ ਆ, ਅਸੀਂ ਹੱਕ ਦੇ ਵਿੱਚ ਆ। ਸੋ ਇਹੋ ਜਿਹੀਆਂ ਗੱਲਾਂ ਚੱਲੀਆਂ। ਪਰ ਪਹਿਲਾਂ ਸੰਖੇਪ ਦੇ ਵਿੱਚ ਗੱਲ ਕਰਾਂਗੇ ਰਿਪੋਰਟ ਦੀ ਤੇ ਫਿਰ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਵੱਲੋਂ ਲੰਘੇ ਕੱਲ੍ਹ ਆਪਣੀ ਸੀਲਬੰਦ ਲਿਫਾਫੇ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਈ ਹੈ। ਪੈਨਲ ਨੇ 19 ਮਾਰਚ ਨੂੰ ਸੀਲਬੰਦ ਲਿਫਾਫੇ ਦੇ ਵਿੱਚ ਇਹ ਰਿਪੋਰਟ ਕੋਰਟ ਦੇ ਵਿੱਚ ਸੌਂਪੀ ਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਇਸ ਕਮੇਟੀ ਦੇ ਉੱਤੇ ਵੀ ਸਵਾਲ ਉੱਠਦੇ ਰਹੇ ਨੇ ਕਿ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਵਿਅਕਤੀ ਸਰਕਾਰ ਪੱਖ ਦੇ ਕਿਉਂ ਹਨ। ਹਾਲਾਂਕਿ ਉਹਨਾਂ ਵਿਅਕਤੀਆਂ ਦੇ ਵੱਲੋਂ ਸਮੇਂ-ਸਮੇਂ 'ਤੇ ਵੀ ਗੱਲ ਕਹੀ ਗਈ ਕਿ ਉਹ ਨਿਰਪੱਖਤਾ ਦਾ ਪੱਲਾ ਨਹੀਂ ਛੱਡਦੇ। ਪਰ ਜਿਸ ਤਰੀਕੇ ਦੇ ਨਾਲ ਸਵਾਲ ਉੱਠੇ ਤੇ ਜਿਸ ਤਰੀਕੇ ਦੇ ਨਾਲ ਹੁਣ ਰਿਪੋਰਟ ਪੇਸ਼ ਕੀਤੀ ਗਈ ਹੈ, ਕਿਸਾਨਾਂ ਦੇ ਮਨ ਵਿੱਚ 100 ਕਿਸਮ ਦੇ ਧੜਕੂ ਪਹਿਲਾਂ ਵੀ ਸਨ ਤੇ ਅੱਜ ਵੀ ਬਣੇ ਹੋਏ ਨੇ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕਮੇਟੀ ਦੇ ਵਿੱਚੋਂ ਕੁਝ ਮੈਂਬਰ ਸਾਥ ਛੱਡ ਕੇ ਵੀ ਜਾ ਚੁੱਕੇ ਸਨ ਕਿਉਂਕਿ ਵਿਵਾਦ ਵਧਣ ਤੋਂ ਬਾਅਦ ਦੁਬਾਰਾ ਫਿਰ ਇਸ ਕਮੇਟੀ ਦੇ ਗਠਨ ਦੀ ਗੱਲ ਸਾਹਮਣੇ ਆਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਕਿਸਾਨ ਅੰਦੋਲਨ ਇੱਕ ਵਾਰ ਫਿਰ ਸ਼ੁਰੂ ਹੋ ਸਕਦਾ। ਮੈਨੂੰ ਨਹੀਂ ਪਤਾ ਇਹ ਕਿੰਨਾ ਕੁ ਸਫਲ ਹੋਣਾ, ਪਰ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ MSP ਦੇ ਉੱਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਪਰ ਹਾਲੇ ਤੱਕ ਬਣਾਈ ਨਹੀਂ ਗਈ, ਜਿਸ ਤਰੀਕੇ ਦੇ ਨਾਲ ਬਾਕੀ ਮੰਗਾਂ ਪ੍ਰਵਾਨ ਕਰਨ ਦੀ ਗੱਲ ਕੀਤੀ ਗਈ ਸੀ ਕਿਸਾਨਾਂ ਨੂੰ ਉਠਾਉਣ ਦੇ ਮੌਕੇ, ਉਹ ਗੱਲ ਮੰਨੀ ਨਹੀਂ ਗਈ। ਸੋ ਉਸ ਤੋਂ ਬਾਅਦ ਲੱਗਦਾ ਕਿ ਜਿਵੇਂ ਹੁਣ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਇੱਕ ਵਾਰ ਫਿਰ ਮੀਟਿੰਗ ਹੋਈ ਹੈ ਪਿਛਲੇ ਦਿਨੀਂ ਕਿਸਾਨ ਸੰਗਠਨਾਂ ਦੀ, ਇੱਕ ਵਾਰ ਫਿਰ ਅੰਗੜਾਈ ਲੈ ਰਿਹਾ ਕਿਸਾਨ ਅੰਦੋਲਨ। ਜੇਕਰ ਕੇਂਦਰ ਦੀ ਸਰਕਾਰ ਦੇ ਵੱਲੋਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਅੰਦੋਲਨ ਇੱਕ ਵਾਰ ਫਿਰ ਤਿੱਖਾ ਹੋ ਸਕਦਾ। ਮੈਨੂੰ ਨਹੀਂ ਪਤਾ ਵੀ ਦਿੱਲੀ ਦੇ ਬਾਰਡਰਾਂ 'ਤੇ ਹੋਣਾ ਜਾਂ ਕੁਝ ਹੋਰ, ਪਰ ਚੰਡੀਗੜ੍ਹ ਦੇ ਵਿੱਚ ਟਰੈਕਟਰ ਮਾਰਚ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਗਰਾਮ ਉਲੀਕੇ ਜਾ ਚੁੱਕੇ ਆ। ਸੋ ਅਗਲੀ ਗੱਲ ਇਹ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸਿਰਫ ਤੇ ਸਿਰਫ 5 ਸੂਬਿਆਂ ਦੇ ਵਿੱਚ ਚੋਣਾਂ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਗਿਆ ਸੀ ਕਿ ਕਿਸਾਨ ਭੇਜ ਦਿੱਤੇ ਜਾਣ, ਨਹੀਂ ਤਾਂ ਕੰਮ ਖਰਾਬ ਆ। ਉਹ ਭੇਜ ਦਿੱਤੇ। 5 ਸੂਬਿਆਂ ਦੇ ਵਿੱਚੋਂ 4 ਸੂਬਿਆਂ ਦੇ ਵਿੱਚ BJP ਸਰਕਾਰ ਫਿਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਹੈ। ਪੰਜਾਬ ਸੂਬੇ ਨੂੰ ਉਹਨੇ ਕਦੇ ਬਹੁਤਾ ਸੀਰੀਅਸ ਗੰਭੀਰਤਾ ਦੇ ਨਾਲ ਲਿਆ ਨਹੀਂ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਕਿਹੋ ਜਿਹਾ ਰੰਗ ਲੈ ਕੇ ਆਊਗਾ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੀ ਤੇ ਭਵਿੱਖ ਦੇ ਵਿੱਚ ਵੀ ਰਵੇ, ਇਹਦੀ ਕਾਮਨਾ ਕਰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਧੰਨਵਾਦ।